सतनाम श्री वाहिगुरु साहिब जीओ। डंडौत बंधनी अनक बार, सर्ब कला समरथ। डोलन ते राखो प्रभु, नानक दे कर हथ। हऊँ आया दूरों चल कै, मैं तकी तो शरनाई जियो। मैं आशा रखी चित में, मेरा सबो दुख गवाए जियो। जी जंत की ठाकुरा, सर्ब चिंत तुध पासे। जो तिस पावे सोई चंगा, इक नानक की अरदासे। आपे हर एक रंग है, आपे बहुरंगी। जो तिस पावे नानका, साई गल चंगी। दर्शन देख जीवा गुर तेरा, पूरन कर्म होए प्रभ मेरा। एह बनंती सुन प्रभ मेरे, दिहो नाम कर अपने चेरे रहाओ। अपनी शरण राख प्रभ दाते, गुर प्रसाद किन्ने विरले जाते। सुनो बिनो प्रभ मेरे मीता, चरण कमल वसे मेरे चीता। नानक एक करे अरदास, विसर नाहि पूरन गुणतास। नानक एक करे अरदास, विसर नाहि पूरन गुणतास। सो कहो टल गुर सेवियै, अहनस सहज सुभाए। दर्शन परसें गुरु कै, जन्म मरण दुख जाए। होवै सिफत कसम दी, नूर अरसों कुरसों झटियै। तुद डिठे सच्चे पातशाह, मल जन्म जन्म दी कटियै। सज्जन सच्चा पातशाह, सिर शाहां दे शाहो। जिस पास बैठिया सोही है, सबना दा विसाहो। वाहिगुरु जी का खालसा, वाहिगुरु जी की फतेह। परम सन्मान जो गुरु प्यारी साध संगत जी, आप जी का गुर शब्द विचार चैनल दे विच निੱਘਾ स्वागत है। सारे जाने फतेह प्रवान करो जी। वाहिगुरु जी का खालसा, वाहिगुरु जी की फतेह। गुरु प्यारी गुरु सवारी साजी नवाजी साध संगत जीओ, आपां लड़ीवार सुखमनी साहिब जी की बाणी, जो धन धन श्री गुरु ग्रंथ साहिब जी दे विच दर्ज है अते साहिब श्री गुरु अर्जन देव जी द्वारा चारी गई, उन्हां दे मुखार बिंद चों चारी गई। और ये बाणी जिहड़ी है, इहदियां विचारां आपां जिहड़ियां कर रहे हैं। गुरबाणी दे भाव अर्थ जिहड़े आपां अपनी मत दे अनुसार, जिन्नी को समत परमात्मा ने आपां नूं बख्शी, उस मुताबक जिहड़े आ अपनी एक निमाणी जी कोशिश करके गुरु की बाणी नूं समझण दी एक कोशिश कर रहे हैं। और आस है कि आप जी ने विचारां जिहड़ियां जरूर पसंद आउणगियां। विचारां जिहड़ियां वा जदों आपां करांगे, जदों शब्द की विचार होवेगी, शब्द के अर्थ जिहड़े आपां जदों शब्दां दे करांगे, तां ही असीं जिहड़े आ गुरु के उपदेशां नूं जिहड़े सही अर्थां दे विच समझ सकदे हां कि वाट इज द मीनिंग ऑफ गुरबाणी।
ਕੀ ਸਾਨੂੰ ਮੈਸੇਜ ਦਿੰਦੀ ਗੁਰਬਾਣੀ, ਗੁਰਬਾਣੀ ਦਾ ਸਾਡੇ ਲਈ ਕੀ ਮੀਨਿੰਗ ਹੈ, ਕਿਉਂ ਲਿਖੀ ਹੈ ਗੁਰੂ ਸਾਹਿਬਾਨ ਨੇ, ਔਰ ਇਹਦਾ ਮਕਸਦ ਕੀ ਸੀਗਾ, ਔਰ ਇਹਨੂੰ ਅਸੀਂ ਕਿਉਂ ਪੜ੍ਹਨਾ ਵਾ, ਕਿਉਂ ਵਿਚਾਰਨਾ ਵਾ। ਬਹੁਤ ਸਾਰੀਆਂ ਜਿਹੜੀਆਂ ਵਿਚਾਰਾਂ ਜਿਹੜੀਆਂ ਵਾ ਉਹ ਆਪਾਂ ਇੱਕ ਸੰਖੇਪ ਜਿਹੇ ਰੂਪ ਵਿੱਚ ਜਿਹੜੀਆਂ ਕਰਾਂਗੇ। ਗੁਰਬਾਣੀ ਲਿਖਣ ਦਾ ਜਿਹੜਾ ਮੰਤਵ ਗੁਰੂ ਸਾਹਿਬਾਨ ਦਾ ਉਹ ਇਹੋ ਸੀਗਾ ਕਿ ਲਕਾਈ ਦੇ ਵਿੱਚ ਉਸ ਸਮੇਂ ਜਿਹੜੀ ਹੈ ਬਹੁਤ ਸਾਰੀਆਂ ਬੁਰਾਈਆਂ ਫੈਲੀਆਂ ਹੋਈਆਂ ਸੀਗੀਆਂ। ਸਮਾਜ ਦੇ ਵਿੱਚ ਜਿਹੜੀ ਮਨੁੱਖਤਾ ਵਾ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗਿਰਾਵਟ ਆ ਗਈ ਸੀਗੀ। ਇਸ ਕਰਕੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੇ ਜੀਵਨ ਨੂੰ ਇੱਕ ਚੰਗਾ ਚੰਗੇਰਾ ਬਣਾਉਣ ਦੇ ਲਈ, ਸੁਚੱਜਾ ਬਣਾਉਣ ਲਈ ਔਰ ਇੱਕ ਗੁਰਸਿੱਖ ਬਣਾਉਣ ਲਈ ਗੁਰਬਾਣੀ ਨੂੰ ਜਿਹੜਾ ਵਾ ਰਚਿਆ, ਲਿਖਿਆ, ਗੁਰੂ ਸਾਹਿਬਾਨਾਂ ਨੇ ਚਾਰਿਆ ਔਰ ਸਾਰੇ ਮਨੁੱਖਾਂ ਨੂੰ ਇਹ ਸਮਝਾਇਆ ਕਿ ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਜਿਹੜਾ ਸੁਧਾਰੋ। ਗੁਰਬਾਣੀ ਜਿਹੜੀ ਆ ਇਹ ਸਾਡੇ ਆਚਰਨ ਦੀ ਉਸਾਰੀ ਕਰਦੀ ਹੈ। ਸਾਡਾ ਜਿਹੜਾ ਕਰੈਕਟਰ ਹੈ, ਜੋ ਸਾਡਾ ਚਰਿੱਤਰ ਨਿਰਮਾਣ ਹੈ, ਉਹਦੇ ਵਿੱਚ ਬੜੀ ਵੱਡੀ ਭੂਮਿਕਾ ਜਿਹੜੀ ਗੁਰਬਾਣੀ ਜਿਹੜੀ ਅਦਾ ਕਰਦੀ ਹੈ। ਗੁਰਬਾਣੀ ਤੋਂ ਬਗੈਰ ਮਨੁੱਖ ਜਿਹੜਾ ਅਧੂਰਾ ਵਾ। ਗੁਰਬਾਣੀ ਜਿਹੜੀ ਆ ਇਹ ਸਾਡੇ ਲਈ ਚਾਨਣ ਮਨਾਰਾ ਵਾ। ਗੁਰੂ ਸਾਹਿਬਾਨ ਨੇ ਸਾਨੂੰ ਖੁਦ ਇਸ ਦੱਸਿਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਤੋਂ ਬਿਨਾਂ ਜਿਹੜਾ ਹੈ ਉਹ ਗਿਆਨ ਨਹੀਂ ਹੋ ਸਕਦਾ। ਗੁਰੂ ਤੋਂ ਬਿਨਾਂ ਸਾਨੂੰ ਜਿਹੜਾ ਕੋਈ ਸਹੀ ਰਸਤਾ ਨਹੀਂ ਦੱਸ ਸਕਦਾ। ਸਾਧ ਸੰਗਤ ਜੀ, ਜਿਵੇਂ ਜੀਵਨ ਦੇ ਵਿੱਚ ਅਸੀਂ ਹੋਰ ਕੰਮ ਸਿੱਖਦੇ ਹਾਂ, ਆਪਣੇ ਜੀਵਨ ਨੂੰ ਰੋਜੀ ਰੋਟੀ ਕਮਾਉਣ ਵਾਸਤੇ, ਚਲਾਉਣ ਵਾਸਤੇ ਅਨੇਕ ਤਰ੍ਹਾਂ ਦੇ ਕੰਮਕਾਰ ਕਰਦੇ ਹਾਂ, ਪਰ ਅਸੀਂ ਜੀਵਨ ਜਿਉਣ ਦਾ ਜਿਹੜਾ ਢੰਗ ਆ, ਜਿਹੜਾ ਜੀਵਨ ਜਿਹੜਾ ਸਾਡਾ ਕਿਵੇਂ ਸੁਚੱਜਾ ਹੋਵੇ, ਕਿਵੇਂ ਇੱਕ ਗੁਰਸਿੱਖ ਬਣ ਕੇ ਮਰਿਆਦਾ ਵਿੱਚ ਰਹਿ ਕੇ, ਸਮਾਜ ਦੇ ਵਿੱਚ ਰਹਿ ਕੇ ਚੰਗੇ ਆਚਰਨ ਦੀ ਜਿਹੜੀ ਉਸਾਰੀ ਹੋਣੀ ਆ, ਇੱਕ ਚੰਗਾ ਜਿਹੜਾ ਇਨਸਾਨ ਬਣਨਾ ਵਾ, ਰੱਬੀ ਗੁਣਾਂ ਵਾਲਾ ਔਰ ਸੱਚ ਦੇ ਮਾਰਗ 'ਤੇ ਚੱਲਣਾ ਵਾ, ਉਸ ਸੱਚੇ ਪਰਮਾਤਮਾ ਨੂੰ ਜਿਹੜਾ ਵਾ ਤਾਂ ਹੀ ਅਸੀਂ ਪਾ ਸਕਦੇ, ਉਹਦੀ ਖੁਸ਼ੀ ਅਸੀਂ ਤਾਂ ਹੀ ਪ੍ਰਾਪਤ ਕਰ ਸਕਦੇ। ਸਾਡੇ ਮਨ ਨੂੰ ਇੱਕ ਸੰਤੁਸ਼ਟੀ ਜਿਹੜੀ ਸੈਟਿਸਫੈਕਸ਼ਨ ਜਿਹੜੀ ਹੈ ਉਹ ਤਾਂ ਹੀ ਮਿਲਣੀ ਹੈ ਜੇਕਰ ਅਸੀਂ ਗੁਰਬਾਣੀ ਪੜ੍ਹਾਂਗੇ। ਗੁਰਬਾਣੀ ਸਾਡਾ ਜਿੱਥੇ ਅਧਿਆਤਮਕ ਦੇ ਰੂਪ ਵਿੱਚ ਸਾਡੇ ਲਈ ਬੜੀ ਜ਼ਰੂਰੀ ਹੈ, ਸਪਿਰਿਚੁਅਲ ਲਾਈਟ ਆ, ਉਹਦੇ ਨਾਲ ਨਾਲ ਗੁਰਬਾਣੀ ਜਿਹੜੀ ਆ ਉਹ ਸਾਨੂੰ ਮਾੜੇ ਕੰਮਾਂ ਤੋਂ ਵੀ ਸੁਚੇਤ ਕਰਦੀ ਹੈ ਕਿ ਇਹ ਕੰਮ ਜਿਹੜੇ ਆ ਕਰਨ ਦੇ ਨਾਲ ਜਿਹੜਾ ਮਨੁੱਖ ਦਾ ਜਿਹੜਾ ਜੀਵਨ ਔਖਾ ਹੋ ਜਾਂਦਾ ਔਰ ਮਨੁੱਖ ਜਿਹੜਾ ਵਾ ਮਨੁੱਖ ਦੇ ਕੰਮ ਆਉਣਾ ਚਾਹੀਦਾ। ਸਾਰੇ ਜਾਣੇ ਜਿਹੜੇ ਆ ਇੱਕ ਮੁੱਠ ਹੀ ਹੋ ਕੇ, ਕਹਿਣ ਤੋਂ ਭਾਵ ਕਿ ਸਾਰੇ ਜਾਣੇ ਜਿਹੜੇ ਰੱਬ ਦੀ ਸੰਤਾਨ ਨੇ, ਸਾਰਿਆਂ ਵਿੱਚ ਉਸ ਪ੍ਰਭੂ ਦਾ ਵਾਸਾ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਵੱਖ-ਵੱਖ ਪ੍ਰਮਾਣ ਦਿੱਤੇ, ਵੱਖ-ਵੱਖ ਜਿਹੜੇ ਬਿੰਬ ਵਰਤ ਕੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਅਸੀਂ ਕਿਵੇਂ ਚੰਗੇ ਇਨਸਾਨ ਬਣ ਸਕਦੇ ਹਾਂ ਔਰ ਸਮਾਜ ਦਾ ਕਿਵੇਂ ਭਲਾ ਹੋਣਾ ਵਾ। ਸੋ ਬਹੁਤ ਸਾਰੀਆਂ ਜਿਹੜੀਆਂ ਉਪਦੇਸ਼ ਨੇ, ਜਿਹੜੀਆਂ ਸਿੱਖਿਆਵਾਂ ਨੇ ਸਾਨੂੰ ਗੁਰਬਾਣੀ ਵਿੱਚੋਂ ਸਿੱਖਣ ਨੂੰ ਮਿਲਦੀਆਂ। ਇਸ ਲਈ ਗੁਰਬਾਣੀ ਜਿੱਥੇ ਪੜ੍ਹਨੀ ਜ਼ਰੂਰੀ ਹੈ, ਸਮਝਣੀ ਜ਼ਰੂਰੀ ਹੈ, ਉੱਥੇ ਨਾਲ ਦੇ ਨਾਲ ਇਹਦੀ ਵਿਚਾਰ ਕਰਨੀ ਔਰ ਇਹਨੂੰ ਜ਼ਿੰਦਗੀ ਦੇ ਵਿੱਚ ਅਪਣਾਉਣਾ ਜਿਹੜਾ ਉਹ ਹੋਰ ਵੀ ਜ਼ਰੂਰੀ।
15ਵੀਂ ਅਸ਼ਟਪਦੀ ਜਿਹੜੀ ਆ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਉਹਦੀਆਂ ਵਿਚਾਰਾਂ ਕਰ ਰਹੇ ਹਾਂ। ਔਰ ਸਾਧ ਸੰਗਤ ਜੀ 3 ਜਿਹੜੇ ਪਦੇ ਨੇ ਉਹ ਪਹਿਲੇ ਉਹ ਆਪਾਂ ਵਿਚਾਰ ਚੁੱਕੇ ਹਾਂ। ਜਿੰਨੀ ਕੁ ਆਪਾਂ ਨੂੰ ਪਰਮਾਤਮਾ ਨੇ ਮੱਤ ਬੁੱਧ ਬਖਸ਼ੀ ਆ ਉਸ ਮੁਤਾਬਕ ਗੁਰੂ ਸਾਹਿਬਾਨ ਸਾਨੂੰ ਫਿਰ ਵੀ ਸਮੱਤ ਬਖਸ਼ਣ, ਕਿਉਂਕਿ ਗੁਰੂ ਹੀ ਜਿਹੜਾ ਵਾ ਉਹ ਸਾਨੂੰ ਸਮੱਤ ਦੇ ਸਕਦਾ ਵਾ, ਸਾਡੀ ਜਿਹੜੀ ਆ ਬੁੱਧ ਨੂੰ ਜਿਹੜਾ ਵਾ ਵਿਵੇਕ ਕਰ ਸਕਦਾ ਵਾ। ਤਾਂ ਹੀ ਅਸੀਂ ਜਿਹੜੇ ਗੁਰੂ ਦੀ ਬਾਣੀ ਦੇ ਜਿਹੜੇ ਆ ਭਾਵ-ਅਰਥ ਜਿਹੜੇ ਕਰ ਸਕਦੇ। ਸੋ ਲਓ ਅਸੀਸ ਗੁਰੂ ਸਾਹਿਬਾਨ ਤੋਂ, ਸੱਚੇ ਪਾਤਸ਼ਾਹ ਤੋਂ, ਉਸ ਪਰਮਾਤਮਾ ਤੋਂ, ਉਸ ਪਰਵਤਗਾਰ ਤੋਂ। ਔਰ ਆਪਾਂ ਜਿਹੜੇ ਅਗਲੇ ਜਿਹੜੇ ਪਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਿਹੜੇ ਬੰਧ ਨੇ ਉਹਨਾਂ ਨੂੰ ਵਿਚਾਰੀਏ ਔਰ ਆਪਣੇ ਜੀਵਨ ਨੂੰ ਜਿਹੜਾ ਵਾ ਉਹ ਸੁਖਮਈ ਬਣਾਈਏ। ਗੁਰੂ ਸਾਹਿਬਾਨ ਫਰਮਾਉਂਦੇ ਨੇ ਕਿ ਮਨ ਮੂਰਖ ਕਾਹੇ ਬਿਲ ਲਾਈਏ, ਪੂਰਬ ਲਿਖੇ ਕਾ ਲਿਖਿਆ ਪਾਈਏ। ਇਹ ਮੂਰਖ ਮਨ, ਤੂੰ ਕਿਉਂ ਵਿਲਕਦਾ ਹੈ, ਕਿਉਂ ਰੋਂਦਾ ਹੈ, ਕਿਉਂ ਪਰੇਸ਼ਾਨ ਹੁੰਦਾ ਹੈ। ਤੇਰੇ ਦੁੱਖ ਜੇ ਮਿਲ ਜਾਂਦੇ ਆ ਤੇ ਤੂੰ ਕਿਉਂ ਵਿਲਕਦਾ, ਭਾਵ ਕਿ ਕਿਉਂ ਪਰੇਸ਼ਾਨ ਹੋਣਾ। ਕਹਿੰਦੇ ਪਿਛਲੇ ਬੀਜੇ ਹੋਏ ਜਿਹੜੇ ਫਲ ਆ ਉਹ ਜਿਹੜੇ ਮਨੁੱਖ ਨੂੰ ਖਾਣੇ ਪੈਂਦੇ ਆ। ਪੂਰਬ ਲਿਖੇ ਕਾ ਲਿਖਿਆ ਪਾਈਏ, ਜਿਹੜੇ ਪਿਛਲੇ ਕਰਮ ਜਿਹੜੇ ਆ ਅਸੀਂ ਕੀਤੇ, ਜਿਹੜੇ ਪਿਛਲੇ ਜਨਮ ਦੇ ਵਿੱਚ ਕੀਤੇ ਆ ਜਾਂ ਜਿਹੜੇ ਪਹਿਲਾਂ ਕਰ ਰਹੇ ਆ ਵਰਤਮਾਨ ਤੋਂ, ਇਹ ਸਾਡੇ ਕਰਮਾਂ ਦੇ ਜਿਹੜੇ ਫਲ ਆ ਉਹ ਸਾਨੂੰ ਭੋਗਣੇ ਪੈਣੇ ਆ। ਇਸੇ ਕਰਕੇ ਗੁਰੂ ਸਾਹਿਬਾਨ ਨੇ ਜਿਹੜਾ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਫਰਮਾਇਆ ਸ਼ਲੋਕ ਦੇ ਵਿੱਚ, ਕਰਮੀ ਆਪੋ ਆਪਣੀ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਤੋਂ ਪਹਿਲਾਂ ਇਹ ਵੀ ਸਮਝਾਇਆ ਕਿ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਿ ਚੰਗਿਆਈਆਂ ਤੇ ਬੁਰਾਈਆਂ ਪਰਮਾਤਮਾ ਜਿਹੜਾ ਹਰ ਇਨਸਾਨ ਦੀਆਂ ਵੇਖਦਾ। ਸੋ ਇਸ ਕਰਕੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ। ਕਰਮਾਂ ਦੇ ਨਾਲ ਹੀ ਜਿਹੜੇ ਮਨੁੱਖ ਦਾ ਨਿਬੇੜਾ ਹੁੰਦਾ, ਕਰਮਾਂ ਦੇ ਨਾਲ ਹੀ ਜਿਹੜਾ ਉਹਨੂੰ ਫਲ ਭੋਗਣਾ ਪੈਂਦਾ। ਇਹਦੇ ਵਿੱਚ ਕੋਈ ਜਾਤ ਨਹੀਂ ਮਾਇਨੇ ਰੱਖਦੀ, ਕੋਈ ਮਜ਼ਹਬ ਨਹੀਂ ਮਾਇਨੇ ਰੱਖਦਾ। ਕਹਿਣ ਤੋਂ ਭਾਵ ਇਹ ਆ ਕਿ ਕਰਮ ਚੰਗੇ ਕਰਾਂਗੇ ਤਾਂ ਅਸੀਂ ਬੰਦੇ ਹਾਂ, ਗੁਰਸਿੱਖ ਹਾਂ। ਅਦਰਵਾਈਜ਼ ਜਿਹੜਾ ਵਾ ਜੇਕਰ ਕਰਮ ਮਾੜੇ ਕਰਾਂਗੇ ਤਾਂ ਫਿਰ ਉਹਦਾ ਫਲ ਜਿਹੜਾ ਵਾ ਉਹ ਮਾੜਾ ਹੀ ਮਿਲੇਗਾ। ਸੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਸਾਹਿਬਾਨ ਨੇ ਫਰਮਾਇਆ ਸਾਨੂੰ ਕਿ ਚੰਗੇ ਕਰਮ ਜਿਹੜੇ ਕਰਨੇ ਚਾਹੀਦੇ ਆ। ਕਿ ਹੇ ਮਨਾ ਤੂੰ ਕਿਉਂ ਵਿਲਕਦਾ ਫਿਰਦਾ ਆ, ਤੇਰੇ ਦੁੱਖਾਂ ਦਾ ਕਾਰਨ ਇਹ ਹੈ ਕਿ ਤੂੰ ਪਿਛਲੇ ਕਰੀ ਕਰਮ ਆ ਕੀਤੇ, ਜਿਹੜੇ ਕੰਮ ਕੀਤੇ ਜਿਹੜੇ ਉਹਨਾਂ ਦਾ ਜਿਹੜਾ ਫਲ ਹੈ ਉਹ ਭੋਗ ਰਿਹਾ। ਕਹਿੰਦੇ ਦੂਖ ਸੂਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਕਹਿੰਦੇ ਦੁੱਖ ਸੁੱਖ ਜਿਹੜਾ ਸਾਰਾ ਪਰਮਾਤਮਾ ਦੇ ਹੱਥ 'ਚ ਆ। ਦੁੱਖ ਸੁੱਖ ਦੇਣ ਵਾਲਾ ਜਿਹੜਾ ਪ੍ਰਭੂ ਆਪ ਆ। ਤੇ ਇਸ ਕਰਕੇ ਤੂੰ ਹੋਰ ਆਸਰੇ ਛੱਡ ਕੇ ਉਸ ਅੱਲਾ ਨੂੰ, ਉਸ ਪਰਮੇਸ਼ਰ ਨੂੰ ਯਾਦ ਕਰ। ਉਸ ਪਰਮੇਸ਼ਰ ਨੂੰ, ਉਸ ਪਰਮਾਤਮਾ ਨੂੰ ਜਿਹੜਾ ਵਾ ਯਾਦ ਕਰ। ਜੋ ਕਿਛ ਕਰੇ ਸੋਈ ਸੁਖ ਮਾਨ। ਕਹਿੰਦੇ ਜੋ ਪਰਮਾਤਮਾ ਕਰਦਾ ਉਹਨੂੰ ਸੁਖ ਮੰਨ। ਤੇਰੇ ਭਾਣੇ ਤੋਂ ਕੁਰਬਾਨ ਜੋ ਤੁਧ ਭਾਵੇ ਸੋ ਪ੍ਰਵਾਨ। ਕਹਿਣ ਤੋਂ ਭਾਵ ਕਿ ਜੋ ਵੀ ਪਰਮਾਤਮਾ ਤੈਨੂੰ ਦੇ ਰਿਹਾ ਵਾ, ਹਰੇਕ ਮਨੁੱਖ ਦੇ ਜੋ ਭਾਗਾਂ 'ਚ ਲਿਖਿਆ ਉਹ ਉਹਨੂੰ ਮਿਲਦਾ ਵਾ ਔਰ ਮਿਲ ਕੇ ਰਹਿਣਾ ਵਾ। ਇਸ ਕਰਕੇ ਕਹਿੰਦੇ ਨੇ ਕਿ ਜੋ ਕਿਛ ਕਰੇ ਸੋਈ ਸੁਖ ਮਾਨ। ਜੋ ਪਰਮਾਤਮਾ ਕਰਦਾ ਵਾ ਉਸੇ ਨੂੰ ਤੂੰ ਸੁਖ ਮੰਨ। ਕਹਿਣ ਤੋਂ ਭਾਵ ਕਿ ਪਰਮਾਤਮਾ ਦੇ ਭਾਣੇ ਨੂੰ ਤੂੰ ਮਿੱਠਾ ਕਰਕੇ ਮੰਨ। ਜਿਵੇਂ ਗੁਰੂ ਸਾਹਿਬਾਨ ਨੇ ਕਿਹਾ, ਸਾਨੂੰ ਫਰਮਾਇਆ, ਭੂਲਾ ਕਾਹੇ ਫਿਰੇ ਜਾਨ। ਕਿਉਂ ਭੁੱਲਿਆ ਫਿਰਦਾ ਮਨੁੱਖਾ, ਇਹ ਮਨਾ ਤੂੰ ਕਿਉਂ ਭੁੱਲਿਆ ਫਿਰਦਾ ਵਾ।
ਤੂੰ ਕਿਉਂ ਜਿਹੜਾ ਵਾ ਅਜਾਨ ਤੋਂ ਭਾਵ ਹੁੰਦਾ ਵਾ ਜਿਹਨੂੰ ਗਿਆਨ ਨਾ ਹੋਵੇ, ਅਣਜਾਣਾ। ਇਹ ਅਣਜਾਣ ਕਿਉਂ ਭੁੱਲਿਆ ਫਿਰਦਾ? ਜੋ ਕੁਝ ਪ੍ਰਭੂ ਕਰਦਾ ਤੂੰ ਉਸੇ ਨੂੰ ਹੀ ਸੁੱਖ ਸਮਝ ਲਾ, ਅਤੇ ਫਿਰ ਤੇਰਾ ਜਿਹੜਾ ਮਨ ਆ ਉਹ ਖੁਸ਼ ਰਹੇਗਾ, ਅਤੇ ਸਭ ਕੁਝ ਜਿਹੜਾ ਉਸ ਰੱਬ ਦੇ ਹੱਥ ਵਾਸਿਆ। ਕਹਿੰਦੇ ਕੌਣ ਵਸਤੇ ਆਈ ਤੇਰੇ ਸੰਗ, ਲਬ ਟਰਿਓ ਰਸ ਲੋਭੀ ਪਤੰਗ। ਕਹਿੰਦੇ ਜਦੋਂ ਮਨੁੱਖ ਜੰਮਦਾ ਉਹਦੇ ਨਾਲ ਕੁਝ ਨਹੀਂ ਆਉਂਦਾ, ਕੋਈ ਵਸਤੂ ਨਹੀਂ ਆਉਂਦੀ, ਅਤੇ ਫਿਰ ਲੋਭੀ ਮਨੁੱਖਾ, ਇਹ ਲਾਲਚੀ ਮਨੁੱਖ, ਤੂੰ ਕਿਉਂ ਰੋਂਦਾ ਫਿਰਦਾ? ਕਿਉਂ ਜੱਫੀਆਂ ਮਾਰ ਪਾਉਂਦਾ ਫਿਰਦਾ ਮਾਇਆ ਨੂੰ? ਕਿਉਂ ਤੂੰ ਪਰਾਏ ਹੱਕ ਖਾਂਦਾ ਫਿਰਦਾ ਵਾਂ? ਕਿਉਂ ਤੂੰ ਮੇਰੀ ਮੇਰੀ ਦੀ ਰੱਟ ਲਾਈ ਆ? ਤੂੰ ਮਾਇਆ ਦੇ ਬੰਧਨਾਂ ਤੋਂ ਕਿਉਂ ਨਹੀਂ ਛੁਟਕਾਰਾ ਪਾਉਂਦਾ? ਕਹਿਣ ਤੋਂ ਭਾਵ ਕਿ ਤੂੰ ਮੇਰੀ ਮੇਰੀ ਕਰਕੇ ਸਾਰੀ ਜ਼ਿੰਦਗੀ ਲੰਘਾ ਦਿੰਦਾ ਵਾਂ। ਇਹੋ ਜੇ ਤੇਰੇ ਮਨ ਵਿੱਚ ਤੇਰੀ ਤੇਰੀ ਆ ਜੇ, ਕਹਿਣ ਤੋਂ ਭਾਵ ਕਿ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ। ਮੇਰਾ ਕਬੀਰ ਸਾਹਿਬ ਜੀ ਦਾ ਬੜਾ ਸੁੰਦਰ ਸਲੋਕ ਆ। ਇਸ ਕਰਕੇ ਕਹਿੰਦੇ ਆ ਕਿ ਇੱਥੇ ਤੇਰਾ ਮਨੁੱਖਾ ਕੋਈ ਕੁਝ ਵੀ ਨਹੀਂ ਹੈਗਾ, ਕੋਈ ਪਤਾ ਨਹੀਂ ਤੂੰ ਕਿਹੜੇ ਵੇਲੇ ਸੰਸਾਰ ਨੂੰ ਅਲਵਿਦਾ ਕਹਿ ਜਾਣਾ, ਕਿਹੜੇ ਵੇਲੇ ਤੂੰ ਜਿਹੜਾ ਇਸ ਸੰਸਾਰ ਤੋਂ ਚਲੇ ਜਾਣਾ, ਮਰ ਜਾਣਾ ਵਾ, ਖਤਮ ਹੋ ਜਾਣਾ, ਇਹ ਕੋਈ ਪਤਾ ਨਹੀਂ ਆ। ਇਸ ਕਰਕੇ ਤੂੰ ਨਾ ਲੈ ਕੇ ਆਇਆ ਕੁਛ ਜਦੋਂ ਜੰਮਿਆ, ਅਤੇ ਨਾ ਹੀ ਤੇਰੇ ਨਾਲ ਕੁਛ ਜਾਣਾ। ਇਸ ਕਰਕੇ ਤੂੰ ਕਿਉਂ ਰੋਂਦਾ ਫਿਰਦਾ, ਕਿਉਂ ਵਿਲਕਦਾ ਫਿਰਦਾ ਵਾ? ਤੂੰ ਕਿਉਂ ਜਿਹੜਾ ਬੁਰੇ ਕੰਮ ਕਰਦਾ ਵਾ ਮਾਇਆ ਖਾਤਰ? ਤੂੰ ਲੋਭ ਖਾਤਰ ਜਿਹੜਾ ਵਾ ਉਹ ਕਈ ਵਾਰੀ ਕਈਆਂ ਦੇ ਨੁਕਸਾਨ ਵੀ ਕਰਦਾ ਵਾ, ਸੱਚ ਦੇ ਰਸਤੇ ਤੋਂ ਭਟਕ ਜਾਂਦਾ ਵਾ, ਅਤੇ ਜੈ ਗੁਨਾਹ ਕਰਕੇ ਬੈਠ ਜਾਂਦਾ ਵਾ, ਕਿ ਜਿਹੜੇ ਤੈਨੂੰ ਜਿਹੜੇ ਆ ਮੁਸੀਬਤਾਂ ਅਤੇ ਕਸ਼ਟ ਭੋਗਣ ਦੇ ਲਈ ਜਿਹੜੇ ਆ ਮਜਬੂਰ ਕਰਦੇ ਆ। ਇਸ ਕਰਕੇ ਸਾਨੂੰ ਸੁਚੇਤ ਕੀਤਾ ਗੁਰੂ ਮਹਾਰਾਜ ਨੇ ਕਿ ਹੇ ਮਨਾ, ਤੂੰ ਕਿਉਂ ਮਾਇਆ ਦੀ ਲਾਲਚ ਖਾਤਰ ਕਰਕੇ? ਠੀਕ ਆ ਕਿ ਬੰਦੇ ਨੇ ਰੋਜੀ ਰੋਟੀ ਕਮਾਉਣੀ ਆ, ਚੰਗੇ ਕਰਮ ਕਰੇ, ਆਪਣੀ ਜਿਹੜੀ ਕਿਰਤ ਕਰੇ ਸੋ ਕਿਰਤ ਕਰੇ, ਔਰ ਆਪਣੇ ਜਿਹੜੇ ਜੀਵਨ ਨੂੰ ਜਿਹੜਾ ਵਾ ਜੋ ਵੀ ਉਹਨੂੰ ਮਿਲਦਾ ਉਹਨੂੰ ਹੱਸ ਕੇ ਪ੍ਰਵਾਨ ਕਰੇ, ਔਰ ਕਦੀ ਵੀ ਜਿਹੜਾ ਵਾ ਮਾਇਆ ਦੇ ਨਾਲ ਬਹੁਤਾ ਪਿਆਰ ਨਾ ਪਾਵੇ, ਅਤੇ ਮਾਇਆ ਪਿੱਛੇ ਭੱਜ ਭੱਜ ਕੇ ਜਿਹੜਾ ਕਮਲਾ ਨਾ ਹੋਵੇ, ਪਰੇਸ਼ਾਨ ਨਾ ਹੋਵੇ। ਕਿਉਂਕਿ ਜਿਹੜਾ ਇਹ ਲੋਭੀ ਭੰਬਟ, ਤੂੰ ਮਾਇਆ ਦੇ ਸਵਾਦ ਵਿੱਚ ਮਸਤ ਹੋ ਰਿਹਾ। ਦੱਸ ਤੇਰੀ ਨਾਲ ਕਿਹੜੀ ਚੀਜ਼ ਆਈ ਸੀ? ਕੁਝ ਨਹੀਂ ਸੀ ਆਇਆ। ਜਦੋਂ ਤੂੰ ਜਨਮ ਲਿਆ ਵਾ ਖਾਲੀ ਹੱਥ ਤੂੰ ਆਇਆ, ਅਤੇ ਖਾਲੀ ਹੱਥ ਹੀ ਜਾਣਾ। ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸੇਤੀ ਕਰ ਜਾਹੀ। ਕਹਿੰਦੇ ਜੇ ਤੂੰ ਰਾਮ ਨਾਮ ਦਾ ਜਿਹੜਾ ਜਪ ਕਰੇ, ਉਸ ਪਰਮੇਸ਼ਰ ਦਾ ਨਾਮ ਲਵੇਂ ਆਪਣੇ ਹਿਰਦੇ ਦੇ ਵਿੱਚ, ਅਤੇ ਫਿਰ ਕਹਿੰਦੇ ਤੂੰ ਆਪਣੀ ਪਤ ਦੇ ਨਾਲ, ਆਪਣੀ ਇੱਜ਼ਤ ਦੇ ਨਾਲ, ਆਪਣੇ ਮਾਣ ਦੇ ਨਾਲ ਜਿਹੜਾ ਵਾ ਆਪਣੇ ਪਰਮੇਸ਼ਰ ਦੇ ਘਰ ਜਿਹੜਾ ਦੁਬਾਰਾ ਵਾਪਸ ਜਦੋਂ ਜਾਣਾ ਇਸ ਦੁਨੀਆ ਤੋਂ, ਅੱਲਾ ਦੀ ਦਰਗਾਹ ਦੇ ਵਿੱਚ ਜਾਣਾ ਜਦੋਂ ਪਰਮੇਸ਼ਰ ਕੋਲ, ਅਤੇ ਫਿਰ ਜਿਹੜਾ ਵਾ ਤੇਰੀ ਉੱਥੇ ਜਿਹੜੀ ਆ ਇੱਜ਼ਤ ਹੋਏਗੀ। ਕਹਿਣ ਤੋਂ ਭਾਵ ਕਿ ਤੈਨੂੰ ਮਾਣ ਮਿਲੇਗਾ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਸ ਕਰਕੇ ਗੁਰਮੁਖ ਬਣੋ। ਗੁਰੂ ਸਾਹਿਬ ਜਿਹੜਾ ਫਰਮਾਉਂਦੇ ਨੇ ਕਿ ਹੇ ਨਾਨਕ, ਹਿਰਦੇ ਵਿੱਚ ਪ੍ਰਭੂ ਦਾ ਨਾਮ ਜਪ। ਗੁਰੂ ਸਾਹਿਬਾਨ ਆਪਣੇ ਆਪ ਨੂੰ ਮੁਖਾਤਬ ਹੋ ਕੇ ਕਹਿ ਰਹੇ ਆ। ਇਹ ਜਿਹੜੀ ਬਾਣੀ ਆ ਸਾਰੀ ਨਾਨਕ ਦੇ ਨਾਮ ਹੇਠ ਗੁਰੂ ਸਾਹਿਬਾਨਾਂ ਨੇ ਲਿਖੀ ਆ। ਭਾਵੇਂ ਕਿ ਇਹ ਜਿਹੜਾ ਸ਼ਬਦ ਆ ਜਾਂ ਇਹ ਜਿਹੜੀ ਬਾਣੀ ਆ ਗੁਰੂ ਅਰਜਨ ਦੇਵ ਜੀ ਦੀ ਆ, ਪਰ ਉਹਨਾਂ ਨੇ ਨਾਨਕ ਦੇ ਨਾਮ ਹੇਠ ਲਿਖੀ ਆ। ਨਾਨਕ ਦਾ ਜਿਹੜਾ ਨਾਂ ਲਿਆ ਵਾ। ਕਹਿੰਦੇ ਤੂੰ ਪ੍ਰਭੂ ਦਾ ਨਾਮ ਜਪ, ਇਸੇ ਤਰ੍ਹਾਂ ਇੱਜ਼ਤ ਨਾਲ
ਜਿਹੜਾ ਤੂੰ ਪ੍ਰਲੋਕ ਵਾਲੇ ਘਰ ਵਿੱਚ ਵੀ ਜਿਹੜਾ ਜਾਵੇਂਗਾ। ਕਹਿਣ ਤੋਂ ਭਾਵ ਹੈ ਕਿ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਪਰਮਾਤਮਾ ਜਿਹੜਾ ਵਾ ਇੱਥੇ ਦੁਨਿਆਵੀ ਜਦੋਂ ਆਪਾਂ ਸੰਸਾਰ ਵਿੱਚ ਰਹਿੰਦੇ ਹਾਂ ਨਾ, ਉਦੋਂ ਵੀ ਸਾਡਾ ਪਰਮਾਤਮਾ ਰਾਖਾ ਵਾ, ਔਰ ਜਦੋਂ ਅਸੀਂ ਅਗਲੇ ਪਰਲੋਕ ਦੇ ਵਿੱਚ ਚਲੇ ਜਾਂਦੇ ਹਾਂ ਉੱਥੇ ਵੀ ਸਾਡਾ ਪਰਮਾਤਮਾ ਸਹਾਈ ਹੁੰਦਾ। ਇੱਕ ਸਾਧ ਸੰਗਤ ਜੀ ਛੋਟੀ ਜੀ ਜਿਹੜੀ ਆਪਾਂ ਇੱਕ ਤੁਹਾਡੇ ਨਾਲ ਕਰਦੇ ਹਾਂ, ਇੱਕ ਸਟੋਰੀ ਜਿਹੜੀ ਸ਼ੇਅਰ ਕਰਦੇ ਹਾਂ। ਕਹਿੰਦੇ ਨੇ ਕਿ ਇੱਕ ਵਾਰੀ ਇੱਕ ਰਾਜੇ ਨੂੰ ਨਾ ਇੱਕ ਫਕੀਰ ਨੇ ਸੂਈ ਦਿੱਤੀ ਕਿ ਇਹ ਸੂਈ ਜਿਹੜੀ ਆ ਇਹ ਤੇਰੇ ਕੋਲੋਂ ਜਿਹੜੀ ਅਸੀਂ ਅਗਲੇ ਜਹਾਨ ਦੇ ਵਿੱਚ ਕਹਿਣ ਤੋਂ ਬਾਅਦ ਪਰਲੋਕ ਵਿੱਚ ਲੈਣੀ ਹੈ, ਇਹਨੂੰ ਤੂੰ ਸੰਭਾਲ ਕੇ ਰੱਖ। ਕਿਉਂਕਿ ਉਹ ਰਾਜਾ ਬੜਾ ਲੋਭੀ ਸੀਗਾ, ਬੜਾ ਹੰਕਾਰੀ ਸੀ, ਬੜਾ ਲੋਭੀ ਸੀ, ਲੁੱਟਮਾਰ ਕਰਦਾ ਸੀ। ਇਸ ਕਰਕੇ ਉਹਨੇ ਕਿਹਾ, ਉਹਨੂੰ ਸਮਝਾਉਣ ਵਾਸਤੇ ਗੁਰੂ ਸਾਹਿਬਾਨ ਫਰਮਾਉਂਦੇ ਕਿ ਕਿਸੇ ਫਕੀਰ ਨੇ, ਕਿਸੇ ਗੁਰੂ ਨੇ ਉਸ ਜਿਹੜੇ ਰਾਜੇ ਨੂੰ ਇੱਕ ਸੂਈ ਦਿੱਤੀ। ਸੂਈ ਤੋਂ ਭਾਵ ਕਿ ਜਿਹੜੀ ਧਾਗੇ ਵਾਲੀ ਸੂਈ, ਜਿਹੜੀ ਕੱਪੜੇ ਸੀਨ ਵਾਲੀ ਸੂਈ, ਜਾਂ ਉਸ ਸਮੇਂ ਜਿਹੜੀ ਸੂਈ ਦੇ ਨਾਲ ਜਿਹੜਾ ਵਾ ਅਜੇ ਵੀ ਹੁਣ ਵੀ ਉਹ ਸੂਈ ਜਿਹੜੀ ਆ, ਨੀਡਲ ਜਿਹੜੀ ਆ, ਉਹਦੇ ਨਾਲ ਜਿਹੜੇ ਕੱਪੜੇ ਸੀਤੇ ਜਾਂਦੇ ਉਹ ਦਿੱਤੀ ਗਏ। ਅਸੀਂ ਇਹ ਜਿਹੜੀ ਤੇਰੇ ਕੋਲੋਂ ਪਰਲੋਕ ਵਿੱਚ ਅਗਲੇ ਜਹਾਨ 'ਚ ਲਵਾਂਗੇ ਅਤੇ ਤੂੰ ਇਹਨੂੰ ਸੰਭਾਲ ਕੇ ਰੱਖਣਾ। ਅਤੇ ਉਹ ਰਾਜਾ ਜਿਹੜਾ ਉਹ ਸੂਈ ਲੈ ਗਿਆ, ਕਿਉਂਕਿ ਉਹ ਫਕੀਰ ਦਾ ਬੜਾ ਅਦਬ ਕਰਦਾ ਸੀਗਾ, ਬੜਾ ਇੱਜ਼ਤ ਕਰਦਾ ਸੀ, ਸਨਮਾਨ ਕਰਦਾ ਸੀ। ਜਦੋਂ ਉਹ ਸਾਧ ਸੰਗਤ ਜੀ ਕਹਿੰਦੇ ਨੇ ਘਰ ਗਿਆ ਰਾਜਾ, ਰਾਣੀ ਦੇ ਕੋਲ ਗਿਆ ਆਪਣੇ ਮਹਿਲ ਦੇ ਵਿੱਚ। ਉਹਨੇ ਰਾਣੀ ਨੂੰ ਕਿਹਾ ਕਿ ਇਹ ਸੂਈ ਜਿਹੜੀ ਇਹਨੂੰ ਸੰਭਾਲ ਕੇ ਰੱਖ, ਮੈਨੂੰ ਕਿਸੇ ਦਰਵੇਸ਼ ਨੇ ਦਿੱਤੀ ਹੈ, ਕਿਸੇ ਫਕੀਰ ਨੇ ਦਿੱਤੀ ਹੈ। ਅਤੇ ਉਹਨੇ ਕਿਹਾ ਇਹਨੂੰ ਸੰਭਾਲ ਕੇ ਰੱਖਣਾ ਅਤੇ ਅਸੀਂ ਅਗਲੇ ਜਨਮ, ਕਹਿਣ ਤੋਂ ਭਾਵ ਕਿ ਪਰਲੋਕ ਦੇ ਵਿੱਚ ਮਰਨ ਤੋਂ ਬਾਅਦ ਜਿਹੜਾ ਵਾ ਤੇਰੇ ਤੋਂ ਇਹ ਜਿਹੜੀ ਸੂਈ ਅਸੀਂ ਜਿਹੜੀ ਲੈਣੀ ਆ ਅਤੇ ਇਹਨੂੰ ਗਵਾ ਨਾ ਦਈ। ਅਤੇ ਰਾਣੀ ਜਿਹੜੀ ਉਹ ਸੋਚ ਕੇ ਕਹਿਣ ਲੱਗੀ ਕਿ ਰਾਜਾ ਜੀ, ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਮਰਨ ਤੋਂ ਬਾਅਦ ਤੇ ਕੱਖ ਵੀ ਨਾਲ ਨਹੀਂ ਜਾਂਦਾ, ਇਹ ਸੂਈ ਜਿਹੜੀ ਕਿਸ ਤਰ੍ਹਾਂ ਚਲੇ ਜੂਗੀ? ਤੁਸੀਂ ਉਹਨਾਂ ਨੂੰ ਕਿਉਂ ਨਹੀਂ ਇਹ ਗੱਲ ਕਹੀ? ਰਾਜਾ ਸੋਚੀ ਪੈ ਗਿਆ, ਉਹਨੂੰ ਸਮਝ ਆ ਗਈ। ਉਹ ਫਿਰ ਫਕੀਰ ਦੇ ਕੋਲ ਵਾਪਸ ਆਇਆ, ਕਹਿੰਦਾ ਕਿ ਹੇ ਦਰਵੇਸ਼, ਇਹ ਫਕੀਰ ਜੀ, ਇਹ ਜਿਹੜੀ ਤੁਸੀਂ ਸੂਈ ਦਿੱਤੀ ਆ, ਇਹ ਤਾਂ ਜਿਹੜੀ ਆ ਮਰਨ ਤੋਂ ਬਾਅਦ ਤੇ ਜਿਹੜਾ ਵਾ ਮਨੁੱਖ ਦੇ ਨਾਲ ਕੁਛ ਵੀ ਨਹੀਂ ਜਾਂਦਾ। ਤੁਸੀਂ ਮੈਨੂੰ ਸੂਈ ਦਿੱਤੀ ਆ, ਇਹ ਮੈਂ ਕਿਵੇਂ ਅਗਲੇ ਜਹਾਨ 'ਚ ਲੈ ਕੇ ਜਾਊਂ, ਭਾਵ ਕਿ ਪਰਲੋਕ ਵਿੱਚ ਕਿਵੇਂ ਲੈ ਕੇ ਜਾਊਂ ਨਾਲ? ਅਤੇ ਫਕੀਰ ਨੇ ਕਿਹਾ, ਰਾਜਾ ਜੇ ਇਹ ਸੂਈ ਨਹੀਂ ਨਾਲ ਜਾ ਸਕਦੀ ਛੋਟੀ ਜੀ, ਫਿਰ ਤੂੰ ਇੰਨੇ ਜਿਹੜੇ ਪਦਾਰਥ ਇਕੱਠੇ ਕਰੀ ਫਿਰਦਾ ਵਾਂ, ਲੱਭ ਲੋਕ ਦੇ ਵਿੱਚ ਆ ਕੇ ਜਿਹੜਾ ਤੂੰ ਇੰਨੀਆਂ ਮਾਰ ਧਾਰ ਕੱਢਦਾ ਵਾਂ, ਕਹਿਣ ਤੋਂ ਬਾਅਦ ਲੁੱਟਾਂ ਕਰਦਾ ਵਾਂ, ਲੋਕਾਂ ਦੇ ਨਾਲ ਜਿਹੜਾ ਅਨਿਆਂ ਕਰਦਾ ਵਾਂ, ਗਲਤ ਜਿਹੜੇ ਤਰੀਕੇ ਵਰਤ ਕੇ, ਇਹ ਜਿਹੜਾ ਸਾਰਾ ਧਨ ਦੌਲਤ ਤੇਰਾ ਜਿਹੜਾ ਇੱਥੇ ਰਹਿ ਜਾਣਾ ਵਾ। ਇਸ ਕਰਕੇ ਤੂੰ ਚੰਗੇ ਕਰਮ ਕਰਿਆ ਕਰ। ਜੇ ਸੂਈ ਨਹੀਂ ਨਾਲ ਜਾ ਸਕਦੀ, ਦੂਜੇ ਪਦਾਰਥ ਵੀ ਨਾਲ ਨਹੀਂ ਜਾਣੇ। ਅਤੇ ਰਾਜਾ ਜਿਹੜਾ ਵਾ ਉਹ ਢਹਿ ਕੇ ਫਕੀਰ ਦੇ ਚਰਨੀ ਪੈ ਗਿਆ। ਅਤੇ ਅੱਗੇ ਤੋਂ ਉਹਨੇ ਉਹਨਾਂ ਨੂੰ ਕਿਹਾ ਕਿ ਅੱਗੇ ਤੋਂ ਜਿਹੜਾ ਵਾ ਮੈਂ ਰਾਜ ਦੇ ਵਿੱਚ ਪਰਉਪਕਾਰ ਕਰਾਂਗਾ, ਚੰਗੇ ਕਰਮ ਕਰਾਂਗਾ ਅਤੇ ਮਾਇਆ ਦੇ ਜਿਹੜੇ ਝੰਜਟ 'ਚੋਂ ਬਾਹਰ ਨਿਕਲਾਂਗਾ। ਕਹਿਣ ਤੋਂ ਭਾਵ ਕਿ ਇਹ ਜਿਹੜੇ ਪਦਾਰਥ ਹੈ ਇੱਥੇ ਹੀ ਰਹਿ ਜਾਂਦੇ ਆ। ਸੋ ਤ੍ਰਿਸ਼ਨਾ ਜਿਹੜੀ ਆ ਬੇਸ਼ੱਕ ਬੰਦੇ ਦੀ ਖਤਮ ਨਹੀਂ ਹੁੰਦੀ, ਕਿਉਂਕਿ ਜਿਹੜਾ ਪਦਾਰਥਾਂ ਦੀ ਦੌੜ ਵਿੱਚ ਬੰਦਾ ਜਿਹੜਾ ਲੱਗਾ ਹੋਇਆ ਵਾ, ਸੁੱਖਾਂ ਦੀ ਖਾਤਰ ਜਿਹੜਾ ਬੰਦਾ ਬਹੁਤ ਸਾਰੇ ਗੁਨਾਹ ਕਰ ਦਿੰਦਾ, ਜਾਂ ਗਲਤ ਰਸਤੇ 'ਤੇ ਪੈਂਦਾ, ਜਾਂ ਕਈ ਵਾਰੀ ਜਿਹੜਾ ਵਾ ਆਪਣਾ ਸਕੂਨ ਗਵਾ ਲੈਂਦਾ, ਆਨੰਦ ਗਵਾ ਲੈਂਦਾ ਵਾ, ਅਸਲੀ ਖੁਸ਼ੀ ਤੋਂ ਵਾਂਝਾ ਰਹਿ ਜਾਂਦਾ। ਸੋ ਇਹ ਸੂਈ ਦੀ ਕਹਾਣੀ ਜਿਹੜੀ ਆ, ਇਸ ਤੋਂ ਫਿਰ ਰਾਜੇ ਨੂੰ ਇਹ ਸਪਸ਼ਟ ਹੋ ਗਿਆ ਕਿ ਜੇ ਇੱਕ ਸੂਈ ਨਹੀਂ ਨਾਲ ਜਾ ਸਕਦੀ ਜਿਹੜੀ ਆ,
तो फिर होर की कुछ कर सकते असीं नाल कुछ भी नहीं खड़ना। जे खड़ना असीं इथों नाल तो वह भजन बंदगी परमात्मा के नाम ते चंगे गुण चंगियाई। सो अगे आपां कहंदे गुरु साहिबान फरमाउंदे ने अगले पदे विच, जिस वखर को लैन तू आया, राम नाम संतन कर पाया। ये भाई जिहड़ा सौदा खरीदण वास्ते तू जगत विच आया वा, वो राम नाम जिहड़ा रूपी सौदा वा वो संतां दे घर विच मिलदा। ताजे विमान लिहो मन मोल, राम नाम हिरदे मैं तोल। इस वास्ते हंकार छड्ड दे मना, ते मन दे वट्टे ये वक्कर जिहड़े खरीद लै, ते प्रभु दा नाम जिहड़ा हिरदे विच जिहड़ा रख परख जिहड़ा इहनूं कि ताज तो भाव हुंदा छड्डना, और विमान तो भाव हंकार, ये छड्ड के लिहो मन मोल। गुरु महाराज फरमाउंदे ने कि मन दे मुੱਲ तो, मन दे वटांदरे तो मन दे के जिहड़ा वा तूं ये सारा कुछ छड्ड के ते नाम दे जिहड़े आ सौदे नूं नाम जिहड़ा जपना वा, अपनी जिहड़ी मैं जिहड़ी त्याग देनी आ, हंकार छड्ड देना वा, निरंकार नाल जुड़ जाना, उस करतार नाल जुड़ना, उस परमेश्वर नाल जुड़ना। कहंदे जिहड़ा नाम जिहड़ा वा राम नाम जिहड़ा हिरदे विच तोल, कहण तो भाव कि तूं जिहड़ा अपने हिरदे विच परमात्मा दा नाम जिहड़ा वसाला, क्योंकि इहदे बराबर होर कोई चीज़ नहीं हैगी। बेशक परख के वेख ला, पर वेख ये मना तूं जिहड़ा इन्हां चीज़ां दा हंकार करदा वा, ये चीज़ां इत्थे रह जाणियां वा, ये कूड़ है। कूड़ राजा कूड़ प्रजा कूड़ सब संसार, कूड़ कूड़े नेहो लगा विसरिया करतार, किस नाल कीचे दोस्ती सब जग चलणहार। सो इस करके परमात्मा दे नाल जिहड़ा प्रेम करो और नाम की कमाई करनी है। लाद खेप संतां संग चाल, अवर त्याग विखिया जंजाल। गुरु साहिबान फरमाउंदे ने साध संगत जी कि संतां दे संग तुर, संतां दी संगत कर और संतां दे चरनी लग। कहण तो भाव कि संतां दा आखा मन, राम नाम दा ये सौदा जिहड़ा वा लद लै, इनू जिहड़ा वा अपने मन दे विच वसा लै, ते फिर ही जिहड़ा वा लाद खेप संतां संग चाल। इहो तेरे काम आउणा वा, और माया दे होर धंधे जिहड़े छड्ड दे। कहण तो भाव कि जिहड़े तूं गलत काम करदा वो छड्ड दे। किरत करन तो परमात्मा ने नहीं वरजिया। किरत जिहड़ी वो करनी आ, हर मनुख नूं करनी पैनी संसार विच। रोजी रोटी खातर अपना पेट पालन दे लई उसनूं काम करना पैना वा। काम कोई माड़ा नहीं, पर यह एक काम चंगा होवे। कहण तो भाव कि वो नेकी वाला काम होवे, माड़े काम ना होण। और गुरु महाराज कहंदे ने फरमाउंदे ने कि अवर त्याग विखिया जंजाल, ते जिहड़े झूठे जिहड़े जंजाल आ, जिहड़े झूठे जिहड़े माड़े धंधे आ, वो तूं छड्ड दे, ते जिहड़े चंगे काम करके परमात्मा दा नाम जप के साधु संतां दी जिहड़ी आ संगत करके उस परमेश्वर दा नाम जिहड़ा सिमर, तां ही तेरी जिहड़ी गति होनी आ, तां ही जिहड़ा वा तैनूं इज्जत मान मिलना। तन तन कहे सब कोए, मुख उजल हर दरगह सोए। कहंदे जिहड़े हरि दा नाम जपदे उन्हां दा मुख उजल हो जांदा, सोहਣਾ हो जांदा।
ਅਸੀਂ ਵੇਖਦੇ ਸੰਸਾਰ ਦੇ ਵਿੱਚ ਕਿ ਕਈ ਮਨੁੱਖ ਜਿਹੜੇ ਆ, ਇਹ ਜ਼ਰੂਰੀ ਨਹੀਂ ਹੁੰਦਾ ਕਿ ਰੰਗ ਜਿਹੜਾ ਵਾ ਸਰੀਰ ਦਾ ਸੋਹਣਾ ਵਾ, ਚਮੜੀ ਦਾ ਰੰਗ ਹੀ ਸੋਹਣਾ ਅਤੇ ਉਹ ਮਨੁੱਖ ਸੋਹਣਾ ਨਹੀਂ। ਹੈਂਡਸਮ ਇਜ਼ ਦੈਟ ਹੈਂਡਸਮ ਡਜ਼। ਜਿਹੜਾ ਮਨੁੱਖ ਸੋਹਣੇ ਕੰਮ ਕਰਦਾ ਉਹ ਸੋਹਣਾ ਹੁੰਦਾ। ਜਿਹੜਾ ਪ੍ਰਮਾਤਮਾ ਦੇ ਨਿਆਈ ਹੁੰਦਾ, ਜਿਹਦੇ 'ਚ ਗੁਣ ਚੰਗੇ ਹੁੰਦੇ, ਸਾਨੂੰ ਕੁਦਰਤੀ ਭਾਵੇਂ ਉਹ ਮਨੁੱਖ ਕਿਸੇ ਵੀ ਤਰ੍ਹਾਂ ਰੰਗ ਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਸਾਨੂੰ ਸੋਹਣਾ ਲੱਗਦਾ, ਜਿਹਦੇ 'ਚ ਰੱਬੀ ਗੁਣ ਹੁੰਦੇ ਆ, ਜਿਹਦੇ ਮਨ ਦੇ ਵਿੱਚ ਕੋਈ ਛਲ ਕਪਟ ਨਹੀਂ ਹੁੰਦਾ, ਜਿਹਦੇ ਮਨ ਵਿੱਚ ਕੋਈ ਬੇਈਮਾਨੀ ਨਹੀਂ, ਹੋਰ ਕੋਈ ਵੀ ਕਿਸੇ ਕਿਸਮ ਦੀ ਕੋਈ ਇਹੋ ਜਿਹੇ ਇਨਸਾਨ ਜਿਹੜੇ ਸਾਰਿਆਂ ਦੇ ਕੰਮ ਆਉਂਦੇ, ਸਾਰਿਆਂ ਨੂੰ ਸੋਹਣੇ ਲੱਗਦੇ ਹੋ। ਇੱਕ ਹੁੰਦੀ ਸਰੀਰਕ ਸੁੰਦਰਤਾ, ਇੱਕ ਹੁੰਦੀ ਮਨ ਦੀ ਸੁੰਦਰਤਾ। ਜਿਹੜੀ ਮਨ ਦੀ ਸੁੰਦਰਤਾ ਵਾ ਉਹ ਸਰੀਰਕ ਸੁੰਦਰਤਾ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਸਰੀਰਕ ਸੁੰਦਰਤਾ ਜਿਹੜੀ ਸਾਡੀ ਕਿਸੇ ਵੇਲੇ ਵੀ ਗਵਾ ਸਕਦੀ ਹੈ, ਕਿਉਂਕਿ ਜਦੋਂ ਬੰਦਾ ਜਵਾਨੀ ਵਿੱਚ ਸੋਹਣਾ ਹੁੰਦਾ, ਬੁਢਾਪੇ 'ਚ ਉਹ ਬੰਦਾ ਜਿਹੜਾ ਹੁੰਦਾ ਉਹ ਉਹੋ ਜਿਹਾ ਨਹੀਂ ਰਹਿੰਦਾ। ਕਹਿਣ ਤੋਂ ਭਾਵ ਕਿ ਰੂਪ ਜਿਹੜਾ ਵਾ ਸਰੀਰਕ ਜਿਹੜਾ ਬਦਲ ਜਾਂਦਾ ਵਾ, ਪਰ ਜਿਹੜੀ ਮਨ ਦੀ ਸੁੰਦਰਤਾ ਉਹ ਹਮੇਸ਼ਾ ਕਾਇਮ ਰਹਿੰਦੀ। ਇਸ ਕਰਕੇ ਪਰਮਾਤਮਾ ਨੂੰ ਆਪਣੇ ਮਨ 'ਚ ਵਸਾਉਣਾ ਚਾਹੀਦਾ, ਚੰਗੇ ਕਰਮ ਕਰਨੇ ਚਾਹੀਦੇ। ਕਹਿੰਦੇ ਆ ਕਿ ਧੰਨ ਧੰਨ ਕਹੇ ਸਭ ਕੋਈ। ਸਾਰੇ ਜਿਹੜੇ ਧੰਨ ਧੰਨ ਉਸ ਪਰਮਾਤਮਾ ਦਾ ਨਾਮ ਲੈਂਦੇ ਆ, ਔਰ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਆ ਉਹਨਾਂ ਦਾ ਜਿਹੜਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੁੱਖ ਜਿਹੜਾ ਉਜਵਲ ਹੋ ਜਾਂਦਾ, ਉਜਲਾ ਹੋ ਜਾਂਦਾ। ਇਸ ਕਰਕੇ ਇਹ ਮਨੁੱਖ, ਜੇ ਤੂੰ ਇਹ ਉਦਮ ਕਰੇਗਾ ਤਾਂ ਹਰੇਕ ਜੀਵ ਤੈਨੂੰ ਸ਼ਾਬਾਸ਼ ਆਖੇਗਾ, ਤੇਰੀ ਸਿਫਤ ਸਲਾਹ ਕਰੇਗਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਤੇਰਾ ਜਿਹੜਾ ਮੂੰਹ ਆ ਉਜਲਾ ਹੋਵੇਗਾ। ਜੇ ਅਸੀਂ ਚੰਗੇ ਕੰਮ ਕੀਤੇ ਹੋਣਗੇ ਨਾ ਸਾਧ ਸੰਗਤ ਜੀ, ਅਤੇ ਅਸੀਂ ਸੁਸਾਇਟੀ ਵਿੱਚ, ਜਦੋਂ ਸਮਾਜ ਵਿੱਚ ਵੀ ਵਿਚਰਦੇ ਹਾਂ, ਅਤੇ ਸਾਧ ਸੰਗਤ ਜੀ ਅਸੀਂ ਬੜੀ ਹਿੱਕ ਤਾਣ ਕੇ ਜਾਂ ਬੜੇ ਸੋਹਣੇ ਤਰੀਕੇ ਦੇ ਨਾਲ ਅਸੀਂ ਖਲੋਂਦੇ ਹਾਂ, ਕਿਉਂਕਿ ਸਾਨੂੰ ਆਪਣੇ ਆਪ 'ਤੇ ਮਾਣ ਹੁੰਦਾ ਕਿ ਅਸੀਂ ਚੰਗੇ ਕੰਮ ਕੀਤੇ। ਸਾਡਾ ਪਰਮਾਤਮਾ ਦੀ ਖੁਸ਼ੀ ਹੁੰਦੀ, ਸਾਡੇ ਮਨ ਵਿੱਚ ਇੱਕ ਵੱਸੀ ਹੁੰਦੀ। ਅਤੇ ਜਦੋਂ ਅਸੀਂ ਗਲਤ ਕੋਈ ਕੰਮ ਕੀਤਾ ਹੋਵੇਗਾ ਜਾਂ ਕੋਈ, ਉਦੋਂ ਫਿਰ ਸਾਡਾ ਜਿਹੜਾ ਵਾ ਮੂੰਹ ਜਿਹੜਾ ਸ਼ਰਮ ਦੇ ਨਾਲ ਨੀਵਾਂ ਹੋ ਜਾਂਦਾ। ਇਸ ਕਰਕੇ ਸਾਧ ਸੰਗਤ ਜੀ, ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਇਸ ਕਰਕੇ ਜਿਹੜਾ ਵਾ ਜੇ ਚੰਗੇ ਕਰਮ ਕਰਾਂਗੇ, ਫਿਰ ਸਾਨੂੰ ਜਿਹੜਾ ਵਾ ਸਾਈਂ ਦੇ ਦਰਬਾਰ ਦੇ ਵਿੱਚ ਸ਼ਰਮਿੰਦਿਆਂ ਨਹੀਂ ਹੋਣਾ ਪਏਗਾ। ਫਿਰ ਜੇਕਰ ਸ਼ਾਬਾਸ਼ ਲੈਣੀ ਆ, ਫਿਰ ਸਾਨੂੰ ਪਰਮਾਤਮਾ ਦੀ ਜਿਹੜੀ ਭਗਤੀ ਕਰਨੀ ਪੈਣੀ, ਉਹਦੇ ਗੁਣ ਜਿਹੜੇ ਆਪਣੇ ਮਨ 'ਚ ਧਾਰਨ ਕਰਨੇ ਪੈਣੇ ਆ। ਕਹਿੰਦੇ ਗੁਰੂ ਸਾਹਿਬਾਨ ਫਰਮਾਉਂਦੇ ਆ, ਪਰ ਕਹਿੰਦੇ ਨੇ ਕਿ ਜੇਕਰ ਤੂੰ ਹਮੇਸ਼ਾ ਹੀ ਆਪਣੀਆਂ ਪੰਕਤੀਆਂ ਪੜ੍ਹਦੇ ਆਪਾਂ, ਇਹ ਵਪਾਰ ਵਿਰਲਾ ਵਪਾਰੇ। ਕਹਿੰਦੇ ਸੱਚ ਦੇ ਰਸਤੇ 'ਤੇ ਕੋਈ ਤੁਰਦਾ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਹ ਬੜਾ ਔਖਾ ਪੈਂਡਾ ਵਾ ਸੱਚ ਦੇ ਰਸਤੇ 'ਤੇ ਜਿਹੜਾ ਵਾ ਉਹ ਤੁਰਨਾ, ਜਿਹੜਾ ਵਾ ਕਲਯੁੱਗ ਦੇ ਵਿੱਚ ਖਾਸ ਕਰਕੇ ਬੜਾ ਔਖਾ ਵਾ, ਕਿਉਂਕਿ ਹਰ ਇੱਕ ਜੀਵ ਜਿਹੜਾ ਛੇਤੀ ਅਮੀਰ ਹੋਣਾ ਚਾਹੁੰਦਾ। ਹਰੇਕ ਜੀਵ ਜਿਹੜਾ ਵਾ ਉਹ ਧਨ ਪਦਾਰਥ ਚਾਹੁੰਦਾ ਵਾ, ਔਰ ਉਹ ਇੰਨੀ ਜ਼ਿਆਦਾ ਜਿਹੜੀ ਆ ਉਹਦੀ ਪਕੜ ਹੁੰਦੀ ਮਾਇਆ ਦੇ ਉੱਤੇ, ਜਾਣੀ ਕਿ ਉਹ ਮਾਇਆ ਵਿੱਚ ਇੰਨਾ ਗ੍ਰਸਤ ਹੋ ਜਾਂਦਾ ਵਾ, ਵਿਸਰ ਜਾਂਦਾ ਉਹਨੂੰ ਕਰਤਾਰ। ਪਰ ਕਹਿੰਦੇ ਨੇ ਕਿ ਵਿਰਲਾ ਵਪਾਰੀ, ਕਿ ਕੋਈ ਵਿਰਲਾ ਮਨੁੱਖ ਹੀ ਜਿਹੜਾ ਵਾ ਸੱਚ ਦਾ ਸੌਦਾ ਕਰਦਾ, ਪਰਮੇਸ਼ਰ ਦਾ ਨਾਮ ਜਪਦਾ ਵਾ। ਨਹੀਂ ਤੇ ਬਹੁਤੇ ਜਿਹੜੇ ਆ ਜੱਗ ਮੇ ਉੱਤਮ ਕਾਢੀਏ ਵਿਰਲੇ ਕਈ ਕੇ, ਵਿਰਲੇ ਮਨੁੱਖ ਹੀ ਹੁੰਦੇ ਆ। ਕਹਿੰਦੇ ਇਹ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕੇ ਸਦ ਬਲਿਹਾਰੇ। ਕਹਿੰਦੇ ਜਿਹੜੇ ਇਹ ਮਨੁੱਖ ਕੋ ਵਿਰਲੇ ਹੀ ਹੁੰਦੇ ਆ, ਜਿਹੜੇ ਪਰਮਾਤਮਾ ਨਾਲ ਪਿਆਰ ਕਰਦੇ ਆ, ਜਿਹੜੇ ਰਾਮ ਨਾਮ ਦਾ ਜਾਪ ਕਰਦੇ ਆ, ਬੰਦਗੀ ਕਰਦੇ ਆ, ਚੰਗੇ ਕਰਮ ਕਰਦੇ ਆ। ਅਤੇ ਗੁਰੂ ਸਾਹਿਬਾਨ ਕਹਿੰਦੇ ਕਿ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਵਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਵਾਂ, ਮੈਂ ਉਹਨਾਂ ਦੇ ਕੁਰਬਾਨ ਜਾਂਦਾ। ਚਰਨ ਸਾਧ ਕੀ ਤੋਏ ਤੋਏ ਪੀਓ ਵਰ ਪ੍ਰਸਾਦ, ਕੋ ਆਪਣਾ ਜੀਓ।
ਕਹਿੰਦੇ ਹੈ ਭਾਈ ਤੂੰ ਸਾਧੂ ਜਨਾਂ ਦੇ ਪੈਰ ਧੋ ਧੋ ਕੇ ਨਾ ਪੀ। ਸਾਧ ਜਨ ਤੋਂ ਆਪਣੀ ਜਿਹੜੀ ਜਿੰਦ ਵਾਰ ਦੇ। ਕਿੰਨਾ ਤੋਂ? ਜਿਹੜੇ ਪ੍ਰਮਾਤਮਾ ਦਾ ਨਾਮ ਜਪਾਉਂਦੇ ਆ, ਜਿਹੜੇ ਇੱਕ ਪਰਮੇਸ਼ਰ ਦੇ ਨਾਲ ਜੋੜਦੇ ਆ, ਜਿਹੜੇ ਨਿਰੰਕਾਰ ਨਾਲ ਤੁਹਾਨੂੰ ਉਸ ਪ੍ਰਮਾਤਮਾ ਨਾਲ ਜੋੜਦੇ ਆ, ਜਿਹੜੇ ਸਾਡੇ ਵਿੱਚ ਰੱਬੀ ਗੁਣ ਪੈਦਾ ਕਰਦੇ ਆ, ਸਾਨੂੰ ਚੰਗੇ ਮਨੁੱਖ ਬਣਾਉਂਦੇ ਆ। ਕਹਿੰਦੇ ਆ ਕਿ ਉਹੋ ਜਿਹੇ ਮਨੁੱਖਾਂ ਦੇ ਜਿਹੜੇ ਆ ਚਰਨ ਜਿਹੜੇ ਧੋ ਧੋ ਕੇ ਪੀਣੇ ਚਾਹੀਦੇ। ਕਹਿਣ ਤੋਂ ਬਾਅਦ ਇੰਨਾ ਸਤਿਕਾਰ ਕਰਨਾ ਚਾਹੀਦਾ ਵਾ, ਇੱਜ਼ਤ ਮਾਣ ਕਰਨਾ ਚਾਹੀਦਾ ਉਹਨਾਂ ਦਾ ਕਿ ਆਪਣਾ ਅਰਪ ਸਾਧਕ ਆਪਣਾ ਜੀਵ ਜਿਹੜਾ ਵਾ, ਆਪਣੀ ਜਾਨ ਜਿਹੜੀ ਆ ਉਹ ਵੀ ਉਹਨਾਂ 'ਤੇ ਨਿਸ਼ਾਵਰ ਕਰ ਦੇਣੀ ਚਾਹੀਦੀ ਆ। ਜਿਹੜੇ ਸਾਨੂੰ ਰੱਬ ਨਾਲ ਜੋੜਦੇ ਆ, ਜਿਹੜੇ ਪਰਮੇਸ਼ਰ ਨਾਲ ਜੋੜਦੇ ਆ, ਜਿਹੜੇ ਸਾਨੂੰ ਗੁਰੂ ਨਾਲ ਜੋੜਦੇ ਆ। ਸਾਧ ਕੀ ਤੂਰ ਕਰੋ ਇਸ਼ਨਾਨ, ਸਾਧੂ ਪਰ ਜਾਈਏ ਕੁਰਬਾਨ। ਕਹਿੰਦੇ ਆ ਕਿ ਸਾਧੂ ਜਨਾਂ ਦੀ ਜਿਹੜੀ ਧੂੜੀ ਆ, ਪੈਰਾਂ ਦੀ ਖਾਕ ਜਿਹੜੀ ਆ, ਉਹਦਾ ਇਸ਼ਨਾਨ ਕਰੋ ਅਤੇ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਕਿ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ। ਇੰਨੀ ਨਿਮਰਤਾ ਆ ਜਾਣੀ ਚਾਹੀਦੀ ਸਾਡੇ ਵਿੱਚ, ਇੰਨੀ ਮਿਠਾਸ ਆ ਜਾਣੀ ਚਾਹੀਦੀ, ਸਹਿਣਸ਼ੀਲਤਾ ਆ ਜਾਣੀ ਚਾਹੀਦੀ ਸਾਡੇ ਵਿੱਚ, ਸੰਤੋਖ ਸਬਰ ਆ ਜਾਣਾ ਚਾਹੀਦਾ ਵਾ, ਔਰ ਨਿਮਰਤਾ ਆ ਜਾਣੀ ਚਾਹੀਦੀ ਸਾਡੇ ਵਿੱਚ, ਜਿਹੜਾ ਦੂਜਿਆਂ ਪ੍ਰਤੀ ਪ੍ਰੇਮ ਹੋਣਾ ਚਾਹੀਦਾ ਵਾ। ਫਿਰ ਹੀ ਅਸੀਂ ਜਿਹੜਾ ਵਾ, ਕਹਿੰਦੇ ਜਿਹੜੇ ਸਾਨੂੰ ਇਹ ਸਿਖਾਉਂਦੇ ਨੇ, ਕਹਿੰਦੇ ਉਹਨਾਂ ਦੇ ਉਸਾਂ ਸਾਧੂ ਉੱਪਰ ਜਾਈਏ ਕੁਰਬਾਨ। ਇਹੋ ਜਿਹੇ ਜਿਹੜੇ ਸਾਧ ਆ, ਜਿਹੜੇ ਪਰਮਾਤਮਾ ਦਾ ਨਾਮ ਜਪਾਉਂਦੇ ਨੇ, ਕਹਿੰਦੇ ਨੇ ਕਿ ਉਹਦੇ ਤੋਂ ਕੁਰਬਾਨ ਜਾਣਾ ਚਾਹੀਦਾ ਵਾ, ਸਦਕੇ ਜਾਣਾ ਚਾਹੀਦਾ ਵਾ। ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਕਹਿੰਦੇ ਇਹਨਾਂ ਸਾਧੂਆਂ ਦੀ ਜਿਹੜੀ ਪਰਮਾਤਮਾ ਦਾ ਜਿਹੜਾ ਨਾਮ ਜਪਾਉਂਦੇ ਆ, ਇਹਨਾਂ ਦੀ ਸੇਵਾ ਬੜੇ ਵੱਡੇ ਭਾਗਾਂ ਨਾਲ ਮਿਲਦੀ ਆ। ਬੜੀ ਕਿਸਮਤ ਚੰਗੀ ਹੋਵੇ ਤਾਂ ਹੀ ਮਿਲਦੀ ਹੈ। ਇਸ ਕਰਕੇ ਕਹਿੰਦੇ ਆ ਕਿ ਸਾਧੂ ਜਨਾਂ ਦੇ ਨਾਲ ਜਿਹੜਾ ਵਾ ਮਿਲ ਕੇ ਅਤੇ ਪਰਮਾਤਮਾ ਦੇ ਜਿਹੜੇ ਆ ਗੁਣ ਗਾਉਣੇ ਚਾਹੀਦੇ ਆ। ਕੀਰਤਨ ਤੋਂ ਭਾਵ ਕਿ ਗੁਰੂ ਪਰਮਾਤਮਾ ਦੇ ਜਿਹੜੇ ਗੁਣ ਗਾਉਣੇ ਚਾਹੀਦੇ ਆ, ਅਤੇ ਸਾਧ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਹੈ। ਸਾਧ ਉਹ ਆ ਜਿਹਨੇ ਆਪਣੇ ਮਨ ਨੂੰ ਸਾਧਿਆ ਹੋਇਆ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਿਹੜਾ ਵਾ ਨਿਰਲੇਪ ਆ। ਕਹਿਣ ਤੋਂ ਭਾਵ ਕਿ ਬੇਸ਼ੱਕ ਗ੍ਰਸਤੀ ਧਰਮ ਵਿੱਚ ਵੀ ਉਹ ਰਹਿੰਦਾ ਵਾ ਅਤੇ ਮਰਿਆਦਾ ਦੇ ਮੁਤਾਬਕ ਜਿਹੜਾ ਜੀਵਨ ਜਿਉਂਦਾ ਵਾ, ਜਿਹੜਾ ਆਪਣੀ ਸੱਚ ਦੀ ਕਮਾਈ ਕਰਦਾ ਵਾ, ਜਿਹਦੇ ਮਨ ਵਿੱਚ ਕੋਈ ਸਾਰਿਆਂ ਪ੍ਰਤੀ ਪ੍ਰੇਮ ਹੈ, ਜਿਹੜਾ ਮਨੁੱਖਤਾ ਨੂੰ ਪ੍ਰੇਮ ਕਰਦਾ ਵਾ, ਜਿਹੜਾ ਉਸ ਅੱਲਾ ਦੇ ਨਾਲ, ਉਸ ਪਰਮੇਸ਼ਰ ਨਾਲ ਜੁੜਿਆ ਹੋਇਆ ਵਾ। ਕਹਿੰਦੇ ਇਹਨਾਂ ਦੇ ਨਾਲ ਬੈਠ ਕੇ ਉਸ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਕਰਨੀ ਚਾਹੀਦੀ ਆ। ਅਨਕ ਵਿਗਣ ਤੇ ਸਾਧੂ ਰਾਖੇ। ਕਹਿੰਦੇ ਆ ਸੰਤ ਅਨੇਕਾਂ ਔਕੜਾਂ ਤੋਂ ਬਚਾ ਲੈਂਦਾ, ਜੋ ਆਤਮਿਕ ਜੀਵਨ ਦੇ ਰਾਹ ਵਿੱਚ ਆਉਂਦੀਆਂ, ਔਰ ਸਾਰੇ ਜਿਹੜੇ ਵਿਘਨ ਆ ਦੂਰ ਕਰ ਦਿੰਦਾ ਵਾ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਇਸ ਕਰਕੇ ਹਰੀ ਦੇ ਗੁਣ ਗਾਉਣੇ ਚਾਹੀਦੇ ਆ। ਇਹੋ ਹੀ ਅੰਮ੍ਰਿਤ ਆ। ਇਸ ਰਸ ਨੂੰ ਜਿਹੜਾ ਖਾਣਾ ਚਾਹੀਦਾ ਵਾ, ਇਸ ਰਸ ਦਾ ਜਿਹੜਾ ਸਵਾਦ ਆ ਮੰਨਣਾ ਚਾਹੀਦਾ। ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ ਅੰਮ੍ਰਿਤ ਦਾ ਸਵਾਦ ਜਿਹੜੇ ਆ ਮਾਣਦੇ। ਓਟ ਗਈ ਸੰਤਾਂ ਦਾ ਰਿਆਇਆ, ਸਰਬ ਸੁਖ ਨਾਨਕ ਤਿਹ ਪਾਇਆ। ਕਹਿੰਦੇ ਜਿਸ ਮਨੁੱਖ ਨੇ ਸੰਤਾਂ ਦਾ ਆਸਰਾ ਫੜਿਆ ਹੈ, ਸੰਤ ਤੇ ਉਹ ਆ ਜਿਹੜੇ ਗੁਰਬਾਣੀ ਪੜ੍ਹਦੇ ਆ, ਜਿਹੜੇ ਗੁਰਬਾਣੀ ਦੇ ਅਨੁਸਾਰ ਜੀਵਨ ਜਿਉਂਦੇ ਆ, ਜਿਹੜੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਆਨੰਦ ਮਾਣਦੇ ਆ। ਗੁਰਬਾਣੀ ਹੀ ਵਰਗਾ ਹੀ ਜੀਵਨ ਜਿਨ੍ਹਾਂ ਦਾ ਹੁੰਦਾ, ਜਿਹਨਾਂ ਦੇ ਮਨ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਕਹਿਣ ਤੋਂ ਭਾਵ ਨਫ਼ਰਤ ਨਹੀਂ, ਈਰਖਾ ਨਹੀਂ, ਕਿਸੇ ਦੇ ਨਾਲ ਕੋਈ ਸਾੜਾ ਨਹੀਂ, ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ, ਜਿਨ੍ਹਾਂ ਦਾ ਮਨ ਬਿਲਕੁਲ ਸ਼ੁੱਧ ਆ, ਪਵਿੱਤਰ ਆ, ਉਹ ਸੰਤ ਆ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਆ,
ਜਿਹੜੇ ਉਸ ਪਰਮੇਸ਼ਰ ਨੂੰ ਮੰਨਦੇ ਆ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਉਹ ਸੰਤ ਆ। ਓਟ ਗਈ ਸੰਤਾਂ ਦਾ ਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਕਹਿੰਦੇ ਉਹਨੂੰ ਸਾਰੇ ਸੁੱਖ ਮਿਲ ਜਾਂਦੇ ਆ। ਕਿਹਨੂੰ ਮਿਲਦੇ ਆ? ਨਾਨਕ ਤੇ ਪਾਇਆ, ਜਿਹੜੇ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦੇ ਆ। ਜਿਸ ਮਨੁੱਖ ਨੇ ਸੰਤਾਂ ਦਾ ਆਸਰਾ ਫੜਿਆ, ਜੋ ਸੰਤਾਂ ਦੇ ਦਰ 'ਤੇ ਆ ਡਿੱਗਾ ਹੈ, ਇਹ ਨਾਨਕ ਸਾਰੇ ਸੁੱਖ ਪਾ ਲਏ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜਿਹੜੇ 6 ਪਦੇ ਨੇ, ਜਿਹੜੇ 15ਵੀਂ ਅਸ਼ਟਪਦੀ ਦੇ ਵਿਚਾਰ ਚੁੱਕੇ ਹਾਂ, ਔਰ ਇਹਨਾਂ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇਹੋ ਫਰਮਾਇਆ ਵਾ ਕਿ ਚੰਗੇ ਕਰਮ ਕਰਨੇ ਚਾਹੀਦੇ ਆ। ਸਾਧ ਜਿਹੜੇ ਜਾਣੇ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਆ, ਸਤਸੰਗ ਕਰਨਾ ਚਾਹੀਦਾ, ਜਿੱਥੇ ਸੱਚ ਦੀ ਵਿਚਾਰ ਹੁੰਦੀ, ਉਸ ਪਰਮੇਸ਼ਰ ਦੀ ਵਿਚਾਰ ਹੁੰਦੀ ਆ, ਉਹਦੇ ਗੁਣ ਆਪਾਂ ਧਾਰਨ ਕਰਨੇ, ਆਪਣੇ ਜੀਵਨ ਨੂੰ ਜਿਹੜਾ ਵਾ ਉੱਚਾ ਸੁੱਚਾ ਬਣਾਉਣਾ ਵਾ। ਕਹਿੰਦੇ ਜਿਹੜੇ ਮਾੜੇ ਕਰਮ ਕਰਦੇ ਆ, ਉਹਦਾ ਸਾਨੂੰ ਨਤੀਜਾ ਭੁਗਤਣਾ ਪੈਂਦਾ ਵਾ। ਮਨ ਮੂਰਖ ਕਾਹੇ ਵੇਲਾਈਏ, ਪੂਰਬ ਲਿਖੇਗਾ ਲਿਖਿਆ ਪਾਈਏ। ਲਿਖਿਆ ਵੀ ਹੈ ਗੁਰੂ ਸਾਹਿਬਾਨ ਨੇ ਕਿ ਜੇਕਰ ਅਸੀਂ ਕਿਉਂ ਫਿਰ ਇਸੇ ਕਰਕੇ ਵਿਲਕਦਾ ਜਾਂ ਬੰਦਾ ਇਨਸਾਨ ਵਿਲਕਦਾ, ਕਿਉਂਕਿ ਉਹ ਆਪਣੇ ਕਰਮਾਂ ਦੇ ਜਿਹੜੇ ਫਲ ਆ ਭੋਗਦਾ। ਸੋ ਇਸ ਕਰਕੇ ਸਾਨੂੰ ਜਿਹੜੇ ਕਰਮ ਚੰਗੇ ਕਰਨੇ ਚਾਹੀਦੇ ਆ, ਸਰਬੱਤ ਦਾ ਭਲਾ ਮੰਗਣਾ ਚਾਹੀਦਾ ਵਾ। ਔਰ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਮਿਲਦੀ, ਇੱਕ ਸਿੱਖਿਆ ਮਿਲਦੀ ਆ, ਔਰ ਗੁਰੂ ਦੀ ਗਵਾਹੀ ਦੇ ਵਿੱਚ ਗੁਰੂ ਦੇ ਸਿੱਖਣਾ ਵਾ ਆਪਾਂ। ਇਹ ਗੁਰਬਾਣੀ ਸਾਰੀ ਆਪਣੇ ਵਾਸਤੇ ਲਿਖੀ ਹੈ, ਸੰਸਾਰ ਵਾਸਤੇ ਲਿਖੀ ਹੈ। ਨਾਮ ਦਾਰੂ, ਸੰਸਾਰ ਰੋਗੀ ਹੈ ਸਾਰਾ, ਅਤੇ ਨਾਮ ਦਾਰੂ ਦੁੱਖਾਂ ਦੀ ਦਵਾਈ ਹੈ। ਜਿੰਨੀ ਗੁਰਬਾਣੀ ਆ ਸਾਡੇ ਵਾਸਤੇ ਲਿਖੀ ਗੁਰੂ ਸਾਹਿਬਾਨ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਧ ਤੋਂ ਵੱਧ ਜਿਹੜਾ ਪੜ੍ਹਨਾ, ਵਿਚਾਰਨਾ, ਸਮਝਣਾ। ਅਤੇ ਬਾਣੀ ਜਿਹੜੀ ਇੱਕ ਇੱਕ ਜਿਹੜਾ ਸ਼ਬਦ ਆ ਸਾਡੇ ਵਾਸਤੇ ਜਿਹੜਾ ਵਾ ਉਹ ਹੀਰੇ ਮੋਤੀਆਂ ਦੇ ਨਿਆਈ ਆ। ਕਹਿਣ ਤੋਂ ਭਾਵ ਕਿ ਇਹ ਅਮੋਲ ਖਜ਼ਾਨਾ ਵਾ, ਇਹਦਾ ਕੋਈ ਮੁੱਲ ਨਹੀਂ। ਔਰ ਇਹ ਸਾਨੂੰ ਪਰਮਾਤਮਾ ਨੇ, ਗੁਰੂਆਂ ਨੇ ਦਾਤ ਬਖਸ਼ੀ ਆ। ਨਾਮ ਦਾ ਖਜ਼ਾਨਾ ਸਾਨੂੰ ਦਿੱਤਾ, ਇਹਨੂੰ ਵੱਧ ਤੋਂ ਵੱਧ ਜਿਹੜਾ ਵਾ ਕਾਬੂ ਖਰਚੋ, ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਜਿੰਨਾ ਇਹਨੂੰ ਅਸੀਂ ਖਰਚਾਂਗੇ, ਜਿੰਨਾ ਪੜ੍ਹਾਂਗੇ, ਜਿੰਨਾ ਵਿਚਾਰਾਂਗੇ, ਓਨਾ ਵੱਧਦਾ ਜਾਣਾ ਸਾਡਾ ਗਿਆਨ। ਸਾਨੂੰ ਉਸ ਪਰਮੇਸ਼ਰ ਦੀ ਜਿਹੜੀ ਆ ਨਾਲ ਜਦੋਂ ਸਮਝ ਪੈ ਗਈ, ਜਦੋਂ ਉਹਦਾ ਸਾਨੂੰ ਚਾਨਣ ਹੋ ਗਿਆ ਸਾਨੂੰ, ਫਿਰ ਅਸੀਂ ਆਪਣੇ ਆਪ ਹੀ ਜਿਹੜੇ ਚੰਗੇ ਕਰਮ ਕਰਨੇ ਸ਼ੁਰੂ ਕਰ ਦੇਣੇ ਆ। ਅਤੇ ਜਿਹੜੇ ਮਾੜੇ ਕੰਮ ਜਿਹੜੇ ਸਾਡੇ ਵਿੱਚ ਜਿਹੜੀ ਮਨ ਦੀ ਜਿਹੜੀ ਮੈਲ ਆ, ਜਿਹੜੇ ਮਨ ਦੇ ਵਿਕਾਰ ਆ, ਦੂਰ ਹੋ ਜਾਣੇ ਆ। ਸਾਧ ਸੰਗਤ ਜੀ, ਹਰੇਕ ਇਨਸਾਨ ਜਿਹੜਾ ਭੁੱਲਣ ਹੁਹਾਰ ਹੁੰਦਾ ਵਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਉਹ ਗੁਰੂ ਕਰਤਾਰ ਹੀ ਆ, ਪਰਮਾਤਮਾ ਹੀ ਆ ਜਿਹੜਾ ਨਹੀਂ ਭੁੱਲਦਾ। ਬਾਕੀ ਸਾਰੇ ਸੰਸਾਰ ਦੇ ਜਿੰਨੇ ਜੀਵ ਆ, ਸਾਰੇ ਜਿਹੜੇ ਗਲਤੀਆਂ ਕਰ ਲੈਂਦੇ ਆ, ਗਲਤੀ ਹੋ ਜਾਂਦੀ। ਇਸ ਕਰਕੇ ਗੁਰੂ ਮਹਾਰਾਜ ਤੋਂ, ਸੱਚੇ ਪਾਤਸ਼ਾਹ ਤੋਂ ਸੇਧ ਲੈਣੀ ਆ। ਆਪਣੇ ਜੀਵਨ ਨੂੰ ਆਪਾਂ ਸੋਹਣਾ ਬਣਾਉਣਾ ਵਾ। ਜਿਹੜੀਆਂ ਵੀ ਭੁੱਲਾਂ ਹੋ ਗਈਆਂ ਪਹਿਲਾਂ ਆਪਣੇ ਤੋਂ ਬੀਤੇ ਸਮੇਂ 'ਚ, ਉਹ ਜਿਹੜੀਆਂ ਵਾ ਉਹਨਾਂ ਦੀ ਤੌਬਾ ਕਰਨੀ ਆ, ਮਾਫੀ ਮੰਗਣੀ ਪਰਮਾਤਮਾ ਤੋਂ, ਅਤੇ ਅੱਗੇ ਜਿਹੜਾ ਚੰਗੇ ਰਸਤੇ 'ਤੇ ਪੈਣਾ ਵਾ। ਜਾਣੀ ਕਿ ਹੁਣ ਤੋਂ ਹੀ ਸਮਝ ਲੈਣਾ ਚਾਹੀਦਾ ਕਿ ਅਸੀਂ ਚੰਗੇ ਕੰਮ ਕਰਨੇ ਆ। ਆਉਣ ਵਾਲਾ ਜਿਹੜਾ ਸਾਡਾ ਜਿੰਨਾ ਵੀ ਜੀਵਨ ਬਚਿਆ ਵਾ, ਉਹਦੇ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪਣਾ, ਚੰਗੇ ਕਰਮ ਕਰਨੇ ਆ, ਸਭ ਲਈ ਜਿਹੜਾ ਵਾ ਭਲਾ ਮੰਗਣਾ ਵਾ, ਅਤੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ। ਗੁਰਬਾਣੀ ਤੋਂ ਸੇਧ ਲੈਣੀ ਆ। ਗੁਰਬਾਣੀ ਜਿਹੜੀ ਆ ਇਹ ਸਾਡੇ ਜੀਵਨ ਦੇ ਲਈ ਚਾਨਣ ਮਨਾਰਾ ਵਾ, ਇਹ ਰੋਸ਼ਨੀ ਆ। ਚੰਗੇ ਪੁਰਸ਼ਾਂ ਦੀ ਸੰਗਤ ਕਰਨੀ ਆ। ਗੁਰਮੁਖ ਜਿਹੜੇ ਗੁਰਸਿੱਖ ਜਿਹੜੇ, ਉਹਨਾਂ ਦੀ ਸੰਗਤ ਕਰਕੇ ਉਹਨਾਂ ਵਰਗੇ ਬਣਨਾ, ਜਿਹੜੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ। ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਕਰਕੇ, ਗੁਰੂ ਦੇ ਸ਼ਬਦਾਂ ਨੂੰ ਜਿਹੜਾ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਉਹਨਾਂ ਦੇ ਵਰਗਾ ਆਪਣਾ ਜੀਵਨ ਜਿਹੜਾ ਜਿਉਣਾ ਵਾ। ਔਰ ਸਾਧ ਸੰਗਤ ਜੀ, ਵਿਚਾਰਾਂ ਕਰਦੇ ਹਾਂ ਦਾਸ ਕੋਲੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਗਲਤੀਆਂ ਜਿਹੜੀਆਂ ਹੋ ਜਾਂਦੀਆਂ ਹਰ ਇਨਸਾਨ ਕੋਲੋਂ। ਪਰ ਪਰਮ ਸਨਮਾਨਯੋਗ ਸਾਧ ਸੰਗਤ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ, ਉਹ ਬਖਸ਼ਣਯੋਗ ਨੇ। ਭੁੱਲਾਂ ਬਖਸ਼ ਲੈਣਾ ਔਰ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਵਾ। ਚੰਗੇ ਕੰਮ ਕਰਨੇ ਆ। ਗੁਰੂ ਸਾਹਿਬਾਨ ਤੋਂ ਸੇਧ ਲੈਣੀ ਆ ਆਪਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਆਪਾਂ ਸੇਧ ਲੈ ਕੇ ਗੁਰੂ ਵਾਲੇ ਬਣਨਾ ਵਾ ਔਰ ਗੁਰੂ ਦੇ ਆਖੇ ਲੱਗਣਾ ਵਾ। ਗੁਰੂ ਦੇ ਉਪਦੇਸ਼ਾਂ ਨੂੰ ਆਪਾਂ ਹਿਰਦੇ ਵਿੱਚ ਵਸਾਉਣਾ। ਕਹਿਣ ਤੋਂ ਭਾਵ ਚੰਗੇ ਕਰਮ ਕਰਨੇ ਆ, ਨੇਕੀ ਕਰਨੀ ਆ ਔਰ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸੋ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।